ਆਇਆ ਸੀਗਾ ਕਿ RSS ਦੇ ਖਿਲਾਫ ਜਿਹੜਾ ਹੈਗਾ ਉਹ ਪ੍ਰਸਤਾਵ ਲੈ ਕੇ ਆਇਆ ਗਿਆ ਹੋਵੇ ਜਾਂ ਫਿਰ ਬਾਈਬਲ ਕਲਾ ਤੇ ਬਰਗਾੜੀ ਦੇ ਬਾਰੇ ਜਿਹੜਾ ਹੈਗਾ ਉਹ ਪ੍ਰਸਤਾਵ ਪੇਸ਼ ਕੀਤਾ ਹੋਵੇ। ਹਾਲਾਂਕਿ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਇਹ ਗੱਠਜੋੜ ਟੁੱਟਿਆ ਤਾਂ ਉਸ ਤੋਂ ਬਾਅਦ ਇਹ ਡਿਵੈਲਪਮੈਂਟ ਜਿਹੜੀ ਹੈਗੀ ਹੈ ਵੇਖਣ ਨੂੰ ਮਿਲੀ ਹੈ। ਮੇਰੇ ਖਿਆਲ ਦੇ ਵਿੱਚ ਜਿਹੜਾ RSS ਵਾਲਾ ਮਤਾ ਹੈ ਇਹ SGPC ਨੇ ਪਹਿਲੀ ਵਾਰੀ ਪਾਸ ਕੀਤਾ ਹੈ, ਲੇਕਿਨ ਅਕਾਲ ਤਖਤ ਤੋਂ ਪਹਿਲਾਂ ਇਹ ਇਸ਼ੂ ਰੇਜ਼ ਹੋ ਚੁੱਕਿਆ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਹੁਣ ਭਾਜਪਾ ਨੂੰ ਵੀ ਜਿਹੜਾ ਹੈਗਾ ਭੰਡਣਾ ਸ਼ੁਰੂ ਕਰ ਦਿੱਤਾ ਹੈਗਾ ਖੁੱਲ੍ਹ ਕੇ। ਹਾਲਾਂਕਿ ਪਹਿਲਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਨਹੀਂ ਬੋਲਦੇ ਸੀਗੇ, ਹੁਣ ਤਾਂ ਸਿੱਧੇ ਉਹ ਇਲਜ਼ਾਮ ਵੀ ਲਾਉਣੇ ਸ਼ੁਰੂ ਕਰ ਦਿੱਤੇ ਨੇ। ਤਾਂ ਇਹ ਵੀ ਜਿਹੜਾ ਹੈਗਾ ਪਿੱਛੋਂ ਹੀ ਜਿਹੜੀ ਹੈਗੀ ਹੈ ਕਮਾਂਡ ਆਈ ਹੋਊਗੀ ਕਿ ਇਹ ਮਤਾ ਜਿਹੜਾ ਹੈਗਾ ਲੈ ਕੇ ਆਓ, ਇਹ ਮਤੇ ਨੂੰ ਲਿਆ ਕੇ ਕੰਡੈਮ। ਇਹ ਕਹਿੰਦੇ ਰਹੇ ਵੀ ਸਾਡਾ ਜਿਹੜਾ BJP ਨਾਲ ਰਿਸ਼ਤਾ ਹੈ ਉਹ ਨੌ ਮਾਸ ਦਾ ਹੈ, ਕਿ ਸਾਡਾ ਪੋਲੀਟੀਕਲ ਰਿਸ਼ਤਾ ਨਹੀਂ। ਨੌ ਮਾਸ ਦਾ ਰਿਸ਼ਤਾ ਤਾਂ ਹੈ ਨਹੀਂ ਸੀ। ਰਿਸ਼ਤੇ ਅਲਾਇੰਸ ਹਮੇਸ਼ਾ ਸਿਆਸੀ ਹੀ ਹੋਇਆ ਕਰਦੀ ਹੈ, ਉਹਨੂੰ ਜੋ ਮਰਜ਼ੀ ਕਹੀ ਜਾਓ। ਜੇ 9 ਮਾਸ ਦਾ ਸੀ ਤੇ ਫਿਰ ਇਹ ਸਿਚੁਏਸ਼ਨ ਕਿਉਂ ਬਣ ਗਈ? ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਸਿੱਖ ਮਿਨੋਰਟੀਜ਼ ਦੇ ਉੱਤੇ ਖਤਰਾ ਹੈਗਾ। ਹਾਲਾਂਕਿ ਜਦੋਂ ਇਹ ਪ੍ਰਸਤਾਵ ਲੈ ਕੇ ਆਉਂਦਾ ਗਿਆ ਸੀ ਤਾਂ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਉੱਥੇ ਹੀ ਮੌਜੂਦ ਸੀਗੇ, ਤਾਂ ਉਹਨਾਂ ਦੇ ਵੱਲੋਂ ਵੀ ਪਹਿਲਾਂ ਇਹੋ ਜਿਹੀ ਬਿਆਨਬਾਜ਼ੀ ਆਉਣੀ। ਤਾਂ ਕੀ ਲੱਗਦਾ ਕਿ ਵਾਕਈ ਹੀ ਇਸ ਦਾ ਅਸਰ ਆਮ ਲੋਕਾਂ ਦੇ ਉੱਤੇ ਪੈ ਪਾਊਗਾ, ਆਮ ਲੋਕੀ ਇਸ ਨੂੰ ਸਮਝਣਗੇ ਤੇ ਇਸ ਨਾਲ ਇਹ ਰਿਵਾਈਵ ਜਿਹੜੇ ਹੈਗੇ ਹੋ ਪਾਉਣਗੇ? ਸੋ ਜਥੇਦਾਰ ਅਕਾਲ ਤਖਤ ਲਗਾਤਾਰ ਇਹੋ ਜਿਹੇ ਇਸ਼ੂ ਟੇਕ ਅਪ ਕਰਦੇ ਰਹਿੰਦੇ ਹੈ। ਹੁਣ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤੋਂ ਪਹਿਲਾਂ ਇਹ ਇਸ਼ੂ ਟੇਕ ਅਪ ਕੀਤਾ RSS ਵਾਲਾ। ਲੇਕਿਨ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹ ਹੁਣ ਸਿਰਫ ਪੰਥਕ ਇਸ਼ੂ ਤੇ ਨਹੀਂ ਪੈਂਦੀਆਂ, ਉਹ ਤਾਂ ਇਹਨਾਂ ਨੇ ਆਪ ਹੀ ਜਿਹੜਾ ਟ੍ਰੈਂਡ ਸੀ ਖਤਮ ਕਰਤਾ ਬਾਦਲ ਪਰਿਵਾਰ ਨੇ। ਉਹ ਤਾਂ ਕਿਸੇ ਹੋਰ ਨੂੰ ਦੋਸ਼ੀ ਠਹਿਰਾਇਆ ਹੀ ਨਹੀਂ ਜਾ ਸਕਦਾ। ਕਹਿੰਦੇ ਕਿ ਜਦੋਂ ਵੀ ਕੋਈ ਮੁਸੀਬਤ ਆ ਜਾਏ ਤਾਂ ਕਹਿ ਦਿਓ ਕਿ ਪੰਥ ਖਤਰੇ ਦੇ ਵਿੱਚ ਹੈਗਾ, ਤਾਂ ਉਹੀ ਚੀਜ਼ ਜਿਹੜੀ ਹੈਗੀ ਹੈ ਦੁਹਰਾਈ ਜਾ ਰਹੀ ਹੈ ਕਿ ਪੰਥ ਖਤਰੇ ਦੇ ਵਿੱਚ ਹੈ। ਉਹੀ ਕਹਿ ਕੇ ਗੇਂਦ ਜਿਹੜਾ ਹੈਗਾ ਉਹ ਲੈ ਸਕੀਏ। ਉਹ ਫਿਰ ਇਹ ਸਲੋਗਨ ਹੌਲੀ ਹੌਲੀ ਇਹ ਸਿਆਸਤ ਦੇ ਵਿੱਚ ਬਦਲ ਗਿਆ, ਉਹ ਗੱਲ ਵੱਖਰੀ ਹੈ। ਲੇਕਿਨ ਜਿਹੜੀ ਇਹਦੇ ਰੂਟਸ ਹੈ ਉਹ ਐਂਟੀ ਸਿੱਖ ਨੈਰੇਟਿਵ ਦੇ ਵਿੱਚ ਹੈ ਤੇ ਪੋਲੀਟੀਕਲ ਰੂਟਸ ਹੈਗੀ ਇਹਦੀਆਂ। ਹੁਣ ਜਦੋਂ ਇਹ ਇਸ਼ੂ ਰੇਸ ਕਰਦੇ, ਹੁਣ ਤਾਂ ਕਹਿੰਦੇ ਹੀ ਨਹੀਂ ਪੰਥ ਨੂੰ ਖਤਰਾ ਹੈ। ਪੰਥ ਤਾਂ ਰਹਿਣ ਹੀ ਨਹੀਂ ਦਿੱਤਾ ਇਹਨਾਂ ਨੇ। ਜਦੋਂ ਪੰਜਾਬੀ ਪਾਰਟੀ ਬਣ ਗਿਆ ਅਕਾਲੀ ਦਲ 96 ਦੇ ਵਿੱਚ, ਪੰਥ ਵਾਲੀ ਗੱਲ ਤਾਂ ਖਤਮ ਹੋ ਗਈ। ਔਰ ਨਾਲ ਇਹਨਾਂ ਨੇ ਜਦੋਂ ਇਹ ਫੈਸਲਾ ਕਰ ਲਿਆ ਕਿ ਸਾਨੂੰ ਸਿੱਖਾਂ ਦੀ ਵੋਟਾਂ ਦੀ ਲੋੜ ਨਹੀਂ ਬਹੁਤੀ, ਆਪਣਾ ਕੰਬੀਨੇਸ਼ਨ ਇਵਾਲਵ ਕਰਨ ਦੀ ਕੋਸ਼ਿਸ਼ ਕੀਤੀ, ਨੈਰੇਟਿਵ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਸੋ ਸਾਰਾ ਕੁਝ ਹੀ ਬਦਲ ਗਿਆ ਉਹਦੇ 'ਚ। ਜੇਕਰ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ ਇਹ ਜੋ ਫਰਮਾਨ ਜਾਰੀ ਹੋਇਆ ਹੈਗਾ, ਇਹਨਾਂ ਦੇ ਵੱਲੋਂ ਜਾਰੀ ਕਰਵਾਇਆ ਗਿਆ ਹੈਗਾ, ਤਾਂ ਕੀ ਸਿਰਫ ਸਿੱਖ ਵੋਟਰਸ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ? ਕਿਉਂਕਿ ਹਿੰਦੂ ਵੋਟਰਸ ਦਾ ਵੀ ਇੱਕ ਵੱਡਾ ਰੋਲ ਹੈਗਾ ਪੰਜਾਬ ਪੋਲੀਟਿਕਸ ਦੇ ਵਿੱਚ। ਜੇ 2022 ਦੀਆਂ ਚੋਣਾਂ ਦੀ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ ਜਿਵੇਂ ਇਹਨਾਂ ਦੇ ਵੱਲੋਂ ਨਿੰਦਾ ਪ੍ਰਸਤਾਵ RSS ਦੇ ਖਿਲਾਫ ਕੀਤਾ ਗਿਆ ਹੈਗਾ, ਤਾਂ ਲੱਗਦਾ ਕਿ ਹਿੰਦੂ ਵੋਟਰ ਦੇ ਉੱਤੇ ਵੀ ਇਫੈਕਟ ਪੈ ਸਕਦਾ। RSS ਦਾ ਇੱਕ ਸੈਕਸ਼ਨ ਦੇ ਵਿੱਚ ਇਨਫਲੂਐਂਸ ਹੈ, ਸੋ ਉਹ ਉੱਥੇ ਬਹੁਤਾ ਫਰਕ ਨਹੀਂ ਪੈਂਦਾ। ਉਹ ਵੋਟ ਹੋਰ ਢੰਗ ਨਾਲ ਪੈਂਦੀ ਹੈ। ਬਾਦਲ ਸਾਹਿਬ ਨੇ ਉਹੀ ਵੋਟ ਲੈਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਸਾਰਾ ਨੈਰੇਟਿਵ ਚੇਂਜ ਕੀਤਾ ਵੀ ਪੰਥਕ ਵੋਟ, ਦਲਿਤ ਤੇ ਹਿੰਦੂ ਵੋਟ ਇਕੱਠੇ ਕਰ ਲਓ। ਪੰਜਾਬ ਦੀ ਸਿਫਤ ਇਹ ਹੈ ਕਿ ਜਿਹੜੀ ਇਲੈਕਸ਼ਨ ਹੈ ਉਹ ਇਸ ਗੱਲ 'ਤੇ ਡਿਪੈਂਡ ਕਰਦੀ ਹੈ ਕਿ ਪੰਜਾਬ ਦਾ ਹਿੰਦੂ ਕਿਸ ਪਾਸੇ ਪਏਗਾ। ਇਹ ਜਿਹੜਾ ਬਾਈਬਲ ਕਲਾ ਤੇ ਬਰਗਾੜੀ ਵਾਸਤੇ ਇਹਨਾਂ ਦੇ ਵੱਲੋਂ ਪ੍ਰਸਤਾਵ ਲੈ ਕੇ ਆਉਂਦਾ ਗਿਆ, ਹਾਲਾਂਕਿ ਇੱਕ ਏਜੰਡੇ ਦੇ ਵਿੱਚ ਕਹਿੰਦੇ ਨਹੀਂ ਸੀਗਾ। ਜਦੋਂ ਮੰਗ ਹੋਈ ਤਾਂ ਉਦੋਂ ਇਸ ਨੂੰ ਜਿਹੜਾ ਹੈਗਾ ਚਰਚਾ ਕੀਤੀ ਗਈ, ਇਸ ਨੂੰ ਵਿਚਾਰਿਆ ਗਿਆ। 6 ਸਾਲਾਂ ਦੇ ਬਾਅਦ ਇਸ ਤਰੀਕੇ ਨਾਲ ਚਰਚਾ ਹੋਣੀ, ਤਾਂ ਕੀ ਇਹ ਵੀ ਇਸ ਤਰੀਕੇ ਦੀ ਸਿਮਤੀ ਜਿਹੜੀ ਹੈਗੀ ਗੇਨ ਕਰਨ ਦੀ ਕੋਸ਼ਿਸ਼? ਸੋ ਗੁਨਾਹ ਤਾਂ SGPC ਨੇ ਵੀ ਕੀਤੇ। ਇਹ ਸਿਰਫ ਹੁਣ ਨਿੰਦਿਆ ਕਰਕੇ ਬਰਗਾੜੀ ਦੇ ਇਸ਼ੂ ਦੀ ਕਹਿਣ ਕਿ ਅਸੀਂ ਬਚਾਂਗੇ, ਇਸ ਤਰ੍ਹਾਂ ਤਾਂ ਮੇਰੇ ਖਿਆਲ ਨਾਲ ਬਚਾਅ ਨਹੀਂ ਹੁੰਦਾ। ਇਹ ਆਪਣੀ ਨਿੰਦਾ ਵੀ ਕਰਦੇ ਨਾਲ ਮੇਰੇ ਖਿਆਲ ਦੇ ਵਿੱਚ। ਜੇ ਕਹਿੰਦੇ ਵੀ ਅਸੀਂ ਜੋ ਪਹਿਲਾਂ ਕੀਤਾ ਉਹ ਅਸੀਂ ਗਲਤੀ ਕੀਤੀ ਸੀ। ਇਲਜ਼ਾਮ ਲੱਗਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਅਕਾਲੀ ਦਲ ਬਾਦਲ ਦੇ ਹੱਥਾਂ ਦੇ ਵਿੱਚ ਹੈ। ਹਾਲ ਹੀ ਦੇ ਵਿੱਚ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੇ ਵਿੱਚ ਕਈ ਅਹਿਮ ਫੈਸਲੇ ਲਿੱਤੇ ਗਏ ਨੇ, ਜਿਸ ਦੇ ਵਿੱਚੋਂ ਦੋ ਮੁੱਖ ਤੌਰ ਦੇ ਉੱਤੇ ਜੇਕਰ ਅਸੀਂ ਏਜੰਡਿਆਂ ਦੀ ਗੱਲ ਕਰੀਏ, ਫੈਸਲਿਆਂ ਦੀ ਗੱਲ ਕਰੀਏ, ਤਾਂ ਉਹ ਨੇ
ਕਿ ਜਿਸ ਤਰੀਕੇ ਦੇ ਨਾਲ ਆਰਐਸਐਸ ਦੇ ਵੱਲੋਂ ਮਿਨੋਰਟੀਜ਼ ਦੇ ਉੱਤੇ ਖਤਰਾ ਬਣਾਇਆ ਜਾ ਰਿਹਾ ਉਸ ਨੂੰ ਲੈ ਕੇ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਰਗਾੜੀ ਤੇ ਬਾਈਬਲ ਕਲਾਂ ਨੂੰ ਲੈ ਕੇ ਵੀ ਇੱਕ ਪ੍ਰਸਤਾਵ ਜਿਹੜਾ ਹੈ ਉਸ ਬਜਟ ਇਜਲਾਸ ਦੇ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਸਾਲ 2022 ਵੀ ਨੇੜੇ ਹੈ, ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਵੱਖੋ-ਵੱਖਰੀਆਂ ਰਣਨੀਤੀਆਂ ਘੜੀਆਂ ਜਾ ਰਹੀਆਂ ਨੇ ਤੇ ਜੋ ਪ੍ਰਸਤਾਵ ਐਸਜੀਪੀਸੀ ਦੇ ਵੱਲੋਂ ਇਹ ਪਾਸ ਕੀਤਾ ਗਿਆ ਹੈ ਇਸ ਦਾ 2022 ਦੇ ਨਾਲ ਕੀ ਲੈਣਾ ਦੇਣਾ ਹੈ ਤੇ ਇਸ ਨੂੰ 2022 ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕਿਵੇਂ ਜੋੜ ਕੇ ਵੇਖਿਆ ਜਾ ਸਕਦਾ ਹੈ, ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਹੋਣੀ ਮੌਜੂਦ ਨੇ। ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ। ਬਹੁਤ ਹੀ ਆਪਾਂ ਕਹਿ ਸਕਦੇ ਹਾਂ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਵੇਖਣ ਨੂੰ ਮਿਲੀ ਹੈ। ਹਾਲਾਂਕਿ ਪਹਿਲਾਂ ਕਦੀ ਇੱਦਾਂ ਨਹੀਂ ਹੋਇਆ ਸੀਗਾ ਕਿ ਆਰਐਸਐਸ ਦੇ ਖਿਲਾਫ ਜਿਹੜਾ ਹੈਗਾ ਉਹ ਪ੍ਰਸਤਾਵ ਲੈ ਕੇ ਆਇਆ ਗਿਆ ਹੋਵੇ ਜਾਂ ਫਿਰ ਬਾਈਬਲ ਕਲਾਂ ਤੇ ਬਰਗਾੜੀ ਦੇ ਬਾਰੇ ਜਿਹੜਾ ਹੈਗਾ ਉਹ ਪ੍ਰਸਤਾਵ ਪੇਸ਼ ਕੀਤਾ ਹੋਵੇ। ਹਾਲਾਂਕਿ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਇਹ ਗੱਠਜੋੜ ਟੁੱਟਿਆ ਤਾਂ ਉਸ ਤੋਂ ਬਾਅਦ ਇਹ ਡਿਵੈਲਪਮੈਂਟ ਜਿਹੜੀ ਹੈਗੀ ਹੈ ਵੇਖਣ ਨੂੰ ਮਿਲੀ ਹੈ। ਕਿਵੇਂ ਇਸ ਨੂੰ ਆਉਣ ਵਾਲੀਆਂ ਚੋਣਾਂ ਦੇ ਨਾਲ ਅਸੀਂ ਕੰਪੇਅਰ ਕਰ ਸਕਦੇ? ਮੇਰੇ ਖਿਆਲ ਦੇ ਵਿੱਚ ਜਿਹੜਾ ਆਰਐਸਐਸ ਵਾਲਾ ਮਤਾ ਹੈ ਇਹ ਐਸਜੀਪੀਸੀ ਨੇ ਪਹਿਲੀ ਵਾਰੀ ਪਾਸ ਕੀਤਾ ਹੈ, ਲੇਕਿਨ ਅਕਾਲ ਤਖਤ ਤੋਂ ਪਹਿਲਾਂ ਇਹ ਇਸ਼ੂ ਰੇਜ਼ ਹੋ ਚੁੱਕਿਆ। 2004 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਉਤਸਵ ਸੀਗਾ, ਉਦੋਂ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਜਿਹਦੇ 'ਚ ਇਸ ਜਥੇਬੰਦੀ ਨੂੰ ਪੰਥ ਵਿਰੋਧੀ ਤੇ ਸਿੱਖ ਵਿਰੋਧੀ ਕਰਾਰ ਦਿੱਤਾ ਗਿਆ ਸੀ ਤੇ ਸਿੱਖ ਪੰਥ ਨੂੰ ਹੁਕਮ ਕੀਤਾ ਗਿਆ ਸੀ, ਮੈਂ ਹੁਕਮ ਲਫ਼ਜ਼ ਵਰਤ ਰਿਹਾ, ਕਿ ਇਸ ਜਥੇਬੰਦੀ ਨਾਲ ਕੋਈ ਮਿਲਵਰਤਣ ਨਾ ਕੀਤੀ ਜਾਵੇ। ਬੀਜੇਪੀ ਨੇ ਕਾਫੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਕਿ ਉਹ ਹੁਕਮਨਾਮਾ ਵਾਪਸ ਕਰਾਇਆ ਜਾਵੇ, ਕਿ ਉਹਨਾਂ ਨੂੰ ਲੱਗਦਾ ਸੀ ਵੀ ਜਿਹੜੀ ਸਾਡੀ ਅਲਾਇੰਸ ਹੈ ਅਕਾਲੀ ਦਲ ਦੇ ਨਾਲ ਉਹਦੇ 'ਤੇ ਕਿਤੇ ਇਹਦਾ ਅਸਰ ਨਾ ਹੋ ਜਾਏ। ਲੇਕਿਨ ਬਾਦਲ ਸਾਹਿਬ ਤਾਂ ਇਹਨਾਂ ਗੱਲਾਂ ਨੂੰ ਬਹੁਤਾ ਤਰਜੀਹ ਨਹੀਂ ਦਿੰਦੇ। ਸੋ ਉਹ ਕਿਉਂਕਿ ਆਰਐਸਐਸ ਦੇ ਬਾਈ ਨੇਮ ਸੀ, ਇਸ ਕਰਕੇ ਬੀਜੇਪੀ ਨੂੰ ਸਿੱਧਾ ਉਹਦਾ ਫਰਕ ਨਹੀਂ ਸੀ ਪੈਂਦਾ। ਲੇਕਿਨ ਹੁਣ ਮੈਨੂੰ ਇਹ ਗੱਲ ਨਹੀਂ ਸਮਝ ਆਈ, ਹੁਣ ਆਰਐਸਐਸ ਪੰਜਾਬ ਦੇ ਵਿੱਚ ਕੋਈ ਐਸੀ ਐਕਟੀਵਿਟੀ ਨਹੀਂ ਕਰ ਰਹੀ ਜਿਹਦੇ ਕੰਟੈਕਸਟ ਦੇ ਵਿੱਚ ਇਹ ਇਸ਼ੂ ਐਸਜੀਪੀਸੀ ਨੂੰ ਟੇਕ ਅਪ ਕਰਨਾ ਪੈ ਜਾਏ। ਟੇਕ ਅਪ ਕਰ ਲਿਆ ਉਹਨਾਂ ਨੇ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਮੇਨ ਇਸ ਵੇਲੇ ਕੰਸਰਨ ਲੱਗ ਰਿਹਾ ਉਹ ਅਕਾਲੀ ਦਲ ਦੀ ਕ੍ਰੈਡੀਬਿਲਿਟੀ ਰਿਸਟੋਰ ਕਰਨ ਦਾ ਹੈ, ਤਾਂ ਕਿ ਹੁਣ ਇਲੈਕਸ਼ਨ ਤਾਂ ਵਰਚੁਅਲੀ ਕੁਛ ਮਹੀਨੇ ਰਹਿ ਗਏ, ਸਾਲ ਵੀ ਨਹੀਂ ਰਹਿ ਗਿਆ, 10 ਮਹੀਨੇ ਰਹਿ ਗਏ, ਕਿ ਇਸ ਪਾਰਟੀ ਨੂੰ ਦੁਬਾਰਾ ਤਕੜਾ ਕਿਵੇਂ ਕੀਤਾ ਜਾਏ। ਤੁਸੀਂ ਸ਼ੁਰੂ ਦੇ ਵਿੱਚ ਗੱਲ ਕਹੀ ਵੀ ਇਲਜ਼ਾਮ ਹੈ ਕਿ ਅਕਾਲੀ ਦਲ ਨੂੰ ਕੰਟਰੋਲ ਐਸਜੀਪੀਸੀ ਨੂੰ ਕੰਟਰੋਲ ਅਕਾਲੀ ਦਲ ਕਰਦਾ, ਇਲਜ਼ਾਮ ਨਹੀਂ ਹੈ, ਇਹ ਸੱਚਾਈ ਹੈ। ਕਿਉਂਕਿ ਜਿਹੜੀ ਪਾਰਟੀ ਜਿੱਦੀ ਹੈ ਦਿੱਲੀ 'ਚ, ਜੇ ਉਸ ਪਾਰਟੀ ਦਾ ਪੀਐਮ ਬਣੇਗਾ ਜਿਹੜੀ ਪਾਰਟੀ ਇਲੈਕਸ਼ਨ ਜਿੱਤੇਗੀ, ਇੱਥੇ ਵੀ ਜਿਹੜੀ ਲੋਕ ਇਲੈਕਸ਼ਨ ਜਿੱਤਣਗੇ ਉਹ ਐਸਜੀਪੀਸੀ ਨੂੰ ਕੰਟਰੋਲ ਕਰਨਗੇ। ਅਕਾਲੀ ਦਲ ਲਗਾਤਾਰ ਇਲੈਕਸ਼ਨ ਜਿੱਤਦਾ ਆ ਰਿਹਾ ਅਤੇ ਉਹਨਾਂ ਕੋਲ ਹੈ, ਲੇਕਿਨ ਅਕਾਲੀ ਦਲ ਕੋਲ ਤਾਂ ਪਹਿਲਾਂ ਵੀ ਹੁੰਦੀ ਸੀ। ਮੈਂ ਥੋੜ੍ਹਾ ਹੁਣ ਕਲੀਅਰ ਕਰ ਦਿਆਂ, ਟੌੜਾ ਸਾਹਿਬ ਪ੍ਰਧਾਨ ਸੀਗੇ, ਕਦੇ ਜ਼ਰੂਰਤ ਨਹੀਂ ਸੀ ਪਈ ਕਿਸੇ ਦੀ ਕਿ ਐਸਜੀਪੀਸੀ ਦੀ ਫੰਕਸ਼ਨਿੰਗ ਵਿੱਚ ਕੋਈ ਇੰਟਰਫੀਅਰ ਕਰ ਜਾਏ। ਫਰਕ ਇਹ ਹੈ, ਇਹ ਫਰਕ ਪਾਉਣ ਦੀ ਸਾਨੂੰ ਬਹੁਤ ਲੋੜ ਹੈ। ਉਹਨਾਂ ਦੇ ਜਾਣ ਤੋਂ ਬਾਅਦ ਇਹ ਜਥੇਬੰਦੀ ਅਕਾਲੀ ਦਲ ਦੇ ਪ੍ਰਧਾਨ ਦੇ ਕਬਜ਼ੇ ਵਿੱਚ ਵਰਚੁਅਲੀ ਚਲੀ ਗਈ। ਹੁਣ ਇਹ ਕਿਹਾ ਜਾਂਦਾ ਹੈ ਕਿ ਇਸ ਜਥੇਬੰਦੀ ਦੇ ਵਿੱਚ ਕੋਈ ਵੀ ਕੰਮ ਬਾਦਲ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ। ਇਸੇ ਕਰਕੇ ਹੀ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਹੈ, ਮੈਨੂੰ ਨਹੀਂ ਲੱਗਦਾ ਕਿ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿਰਫ ਆਪਣੇ ਤੌਰ 'ਤੇ ਹੀ ਪਾਸ ਕੀਤਾ ਹੋਵੇ। ਹੋ ਸਕਦਾ ਹੈ ਕਿ ਉਹਨਾਂ ਨੂੰ ਪਾਰਟੀ ਵੱਲੋਂ ਇਸ਼ਾਰਾ ਹੋਇਆ ਹੋਵੇ ਕਿ ਤੁਸੀਂ ਇਹ ਮਤਾ ਪਾਸ ਕਰ ਲਓ। ਬਿਲਕੁਲ, ਸਵਾਲ ਇਹੀ ਸੀਗਾ ਕਿ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਹੈਗਾ, ਲੱਗਦਾ ਕਿ ਫਿਰ ਇਹ ਕਮਾਂਡ ਵੀ ਜਿਹੜੀ ਹੈਗੀ ਹੈ ਪਿੱਛੋਂ ਹੀ ਆਈ ਹੋਣੀ ਸੀਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਕਿ ਰਿਵਾਈਵ ਕਰਨ ਨੂੰ ਲੈ ਕੇ ਆਪਣੇ ਆਪ ਨੂੰ ਅਸਤੀਫਾ ਵੀ ਜਿਹੜਾ ਹੈਗਾ ਉਹ ਹਰਸਿਮਰਤ ਕੌਰ ਬਾਦਲ ਦਾ ਦਿਵਾ ਦਿੱਤਾ ਜਾਂਦਾ ਹੈਗਾ, ਤਾਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਬਹੁਤਾ ਉਸ ਦਾ ਫਰਕ ਨਹੀਂ ਦੇਖਣ ਨੂੰ ਮਿਲਦਾ। ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਹੁਣ ਭਾਜਪਾ ਨੂੰ ਵੀ ਜਿਹੜਾ ਹੈਗਾ ਭੰਡਣਾ ਸ਼ੁਰੂ ਕਰ ਦਿੱਤਾ ਹੈਗਾ ਖੁੱਲ੍ਹ ਕੇ, ਹਾਲਾਂਕਿ ਪਹਿਲਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਨਹੀਂ ਬੋਲਦੇ ਸੀਗੇ, ਹੁਣ ਤਾਂ ਸਿੱਧੇ ਉਹ ਇਲਜ਼ਾਮ ਵੀ ਲਾਉਣੇ ਸ਼ੁਰੂ ਕਰ ਦਿੱਤੇ ਨੇ। ਤਾਂ ਇਹ ਵੀ ਜਿਹੜਾ ਹੈਗਾ ਪਿੱਛੋਂ ਹੀ ਜਿਹੜੀ ਹੈਗੀ ਹੈ ਕਮਾਂਡ ਆਈ ਹੋਊਗੀ ਕਿ ਇਹ ਮਤਾ ਜਿਹੜਾ ਹੈਗਾ ਲੈ ਕੇ ਆਓ, ਇਹ ਮਤੇ ਨੂੰ ਲਿਆ ਕੇ ਕੰਡੈਮ ਕਰੋ। ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਅੱਗੇ ਚੱਲ ਕੇ ਦੇਖਦਾ ਕਿ
ਕਿਉਂਕਿ ਲਗਾਤਾਰ ਕਈ ਸਾਲ ਬਾਦਲ ਸਾਹਿਬ 97 ਆਨਵਰਡਸ ਇਹ ਕਹਿੰਦੇ ਰਹੇ ਵੀ ਸਾਡਾ ਜਿਹੜਾ ਬੀਜੇਪੀ ਨਾਲ ਰਿਸ਼ਤਾ ਹੈ ਉਹ ਨੌ ਮਾਸ ਦਾ ਹੈ, ਕਿ ਸਾਡਾ ਪੋਲੀਟੀਕਲ ਰਿਸ਼ਤਾ ਨਹੀਂ ਹੈ। 9 ਮਾਸ ਦਾ ਰਿਸ਼ਤਾ ਤਾਂ ਹੈ ਨਹੀਂ ਸੀ। ਰਿਸ਼ਤੇ ਅਲਾਇੰਸ ਹਮੇਸ਼ਾ ਸਿਆਸੀ ਹੀ ਹੋਇਆ ਕਰਦੀ ਹੈ, ਉਹਨੂੰ ਜੋ ਮਰਜ਼ੀ ਕਹੀ ਜਾਓ। ਜੇ 9 ਮਾਸ ਦਾ ਸੀ ਤੇ ਫਿਰ ਇਹ ਸਿਚੁਏਸ਼ਨ ਕਿਉਂ ਬਣ ਗਈ? ਸੋ ਜਿਹੜਾ ਉਹ ਨੈਰੇਟਿਵ ਸੀਗਾ, ਜਿਹੜਾ ਉਹਦੇ ਨਾਲ ਜਿਹੜਾ ਡੈਮੇਜ ਇਹਨਾਂ ਨੂੰ ਪੰਥਕ ਡੋਮੇਨ ਦੇ ਵਿੱਚ ਹੋਇਆ ਪਾਰਟੀ ਨੂੰ, ਉਹਨੂੰ ਰਿਵਰਸ ਕਿਵੇਂ ਕਰਨਾ ਹੈ? ਮੇਰੇ ਖਿਆਲ ਦੇ ਵਿੱਚ ਉਸ ਕੰਟੈਕਸਟ ਦੇ ਵਿੱਚ ਇਸ ਮਤੇ ਨੂੰ ਲਿਆਂਦਾ ਗਿਆ ਹੈ ਤਾਂ ਕਿ ਥੋੜ੍ਹਾ ਜਿਹਾ ਜਿਹੜਾ ਉਹ ਪ੍ਰਚਾਰ ਬਾਦਲ ਪਰਿਵਾਰ ਕਰਦਾ ਰਿਹਾ ਉਹਨੂੰ ਨਿਊਟਰਲਾਈਜ਼ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਹਾਲ ਹੀ ਦੇ ਵਿੱਚ ਇਹ ਬਿਆਨ ਦਿੱਤਾ, ਕਹਿੰਦੇ ਕਿ ਸਿੱਖਾਂ ਨੂੰ ਮਜ਼ਬੂਤ ਹੋਣ ਦੀ ਲੋੜ ਹੈਗੀ ਹੈ। ਕਹਿੰਦੇ ਜੇ ਜੁਰਮ ਦਾ ਟਾਕਰਾ ਕਰਨਾ ਹੈ ਤਾਂ ਸਿੱਖ ਪੰਥ ਨੂੰ ਵੀ ਜਿਹੜੀ ਹੈਗੀ ਹੈ ਮਜ਼ਬੂਤੀ ਲੈ ਕੇ ਆਉਣ ਦੀ ਲੋੜ ਹੈਗੀ ਹੈ। ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਸਿੱਖ ਮਿਨੋਰਟੀਜ਼ ਦੇ ਉੱਤੇ ਖਤਰਾ ਹੈਗਾ ਹੈ। ਹਾਲਾਂਕਿ ਜਦੋਂ ਇਹ ਪ੍ਰਸਤਾਵ ਲੈ ਕੇ ਆਉਂਦਾ ਗਿਆ ਸੀ ਤਾਂ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਉੱਥੇ ਹੀ ਮੌਜੂਦ ਸੀਗੇ, ਤਾਂ ਉਹਨਾਂ ਦੇ ਵੱਲੋਂ ਵੀ ਪਹਿਲਾਂ ਇਹੋ ਜਿਹੀ ਬਿਆਨਬਾਜ਼ੀ ਆਉਣੀ, ਤਾਂ ਕੀ ਲੱਗਦਾ ਕਿ ਵਾਕਈ ਹੀ ਇਸ ਦਾ ਅਸਰ ਆਮ ਲੋਕਾਂ ਦੇ ਉੱਤੇ ਪੈ ਪਾਊਗਾ, ਆਮ ਲੋਕੀ ਇਸ ਨੂੰ ਸਮਝਣਗੇ ਤੇ ਇਸ ਨਾਲ ਇਹ ਰਿਵਾਈਵ ਜਿਹੜੇ ਹੈਗੇ ਆ ਹੋ ਪਾਉਣਗੇ? ਦੇਖੋ, ਜਿਹੜੇ ਜਥੇਦਾਰ ਹੈਗੇ ਇਹ ਐਕਸ ਅਫੀਸ਼ੀਅਲ ਮੈਂਬਰ ਹੈਗੇ ਆ ਜਨਰਲ ਹਾਊਸ ਦੇ, ਤੋਂ ਇਹ ਮੀਟਿੰਗ ਤੇ ਹੁੰਦੇ ਆ। ਸੋ ਇਹਨਾਂ ਨੂੰ ਮੈਂ ਇਸ ਗੱਲ ਦੀ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ, ਕਿਉਂਕਿ ਅਕਾਲ ਤਖਤ ਸਾਹਿਬ ਦਾ ਇੱਕ ਆਪਣਾ ਰੁਤਬਾ ਹੈ, ਉਹਨਾਂ ਨੇ ਆਪਣਾ ਹੁਕਮਨਾਮਾ ਜਾਰੀ ਕਰਨਾ ਹੁੰਦਾ ਹੈ। 2004 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ, ਜੇ ਆਪਾਂ ਉਹਦੇ ਕੰਟੈਕਸਟ ਦੇ ਵਿੱਚ ਇਹਨੂੰ ਦੇਖੀਏ ਤਾਂ ਗੱਲ ਅੱਗੇ ਤੁਰਦੀ ਹੈ ਜੀ। ਸੋ ਜਥੇਦਾਰ ਅਕਾਲ ਤਖਤ ਲਗਾਤਾਰ ਇਹੋ ਜਿਹੇ ਇਸ਼ੂ ਟੇਕ ਅਪ ਕਰਦੇ ਰਹਿੰਦੇ ਹੈ। ਹੁਣ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤੋਂ ਪਹਿਲਾਂ ਇਹ ਇਸ਼ੂ ਟੇਕ ਅਪ ਕੀਤਾ RSS ਵਾਲਾ। ਲੇਕਿਨ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹ ਹੁਣ ਸਿਰਫ ਪੰਥਕ ਇਸ਼ੂ 'ਤੇ ਨਹੀਂ ਪੈਂਦੀਆਂ, ਉਹ ਤਾਂ ਇਹਨਾਂ ਨੇ ਆਪ ਹੀ ਜਿਹੜਾ ਟ੍ਰੈਂਡ ਸੀ ਖਤਮ ਕਰਤਾ ਬਾਦਲ ਪਰਿਵਾਰ ਨੇ। ਉਹ ਤਾਂ ਕਿਸੇ ਹੋਰ ਨੂੰ ਦੋਸ਼ੀ ਠਹਿਰਾਇਆ ਹੀ ਨਹੀਂ ਜਾ ਸਕਦਾ। ਜਿਹੜਾ ਪੰਥ ਦਾ ਰੋਲ ਸੀ ਸਿੱਖ ਸਿਆਸਤ ਦੇ ਵਿੱਚ, ਉਹ ਇਹਨਾਂ ਨੇ ਖੁਦ ਹੀ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੀ ਗੱਲ ਕਹੀ ਜਾਂਦੀ ਹੈ, ਕਹਿੰਦੇ ਕਿ ਜਦੋਂ ਵੀ ਕੋਈ ਮੁਸੀਬਤ ਆ ਜਾਏ ਤਾਂ ਕਹਿ ਦਿਓ ਕਿ ਪੰਥ ਖਤਰੇ ਦੇ ਵਿੱਚ ਹੈਗਾ, ਤਾਂ ਉਹੀ ਚੀਜ਼ ਜਿਹੜੀ ਹੈਗੀ ਹੈ ਦੁਹਰਾਈ ਜਾ ਰਹੀ ਹੈ ਕਿ ਪੰਥ ਖਤਰੇ ਦੇ ਵਿੱਚ ਹੈ, ਉਹੀ ਕਹਿ ਕੇ ਗੇਂਦ ਜਿਹੜਾ ਹੈਗਾ ਉਹ ਲੈ ਸਕੀਏ ਅਸੀਂ। ਇਹ ਜਿਹੜਾ ਇਹ ਸਲੋਗਨ ਪੰਥ ਖਤਰੇ ਵਿੱਚ ਹੈ, ਇਹਦੀ ਇੱਕ ਬਹੁਤ ਵੱਡੀ ਬੈਕਗਰਾਊਂਡ ਹੈ। ਇਹ ਵਿਦਆਊਟ ਕੰਟੈਕਸਟ ਨਹੀਂ ਸੀ। ਜੇ ਅਸੀਂ ਪ੍ਰੀ 47 ਦਾ ਨੈਰੇਟਿਵ ਸਾਰਾ ਦੇਖੀਏ, 1940 ਤੋਂ ਬਾਅਦ ਜਦੋਂ ਪਾਕਿਸਤਾਨ ਦੀ ਡਿਮਾਂਡ ਚੱਲੀ ਹੈ, ਫਿਰ ਤੁਹਾਨੂੰ ਉਦੋਂ ਫਿਰ ਇਹ ਕੰਟੈਕਸਟ ਸਮਝ ਆਉਂਦੀ ਹੈ। ਵਾਰ-ਵਾਰ ਜਦੋਂ ਸਿੱਖੀ 'ਤੇ ਅਟੈਕ ਹੁੰਦਾ ਰਿਹਾ, ਉਹਦਾ ਜਵਾਬ ਇਹ ਸੀ। ਉਹ ਫਿਰ ਇਹ ਸਲੋਗਨ ਹੌਲੀ-ਹੌਲੀ ਇਹ ਸਿਆਸਤ ਦੇ ਵਿੱਚ ਬਦਲ ਗਿਆ, ਉਹ ਗੱਲ ਵੱਖਰੀ ਹੈ। ਲੇਕਿਨ ਜਿਹੜੀ ਇਹਦੇ ਰੂਟਸ ਹੈ ਉਹ ਐਂਟੀ ਸਿੱਖ ਨੈਰੇਟਿਵ ਦੇ ਵਿੱਚ ਹੈ ਅਤੇ ਪੋਲੀਟੀਕਲ ਰੂਟਸ ਹੈਗੀ ਇਹਦੀਆਂ। ਹੁਣ ਜਦੋਂ ਇਹ ਇਸ਼ੂ ਰੇਸ ਕਰਦੇ, ਹੁਣ ਤਾਂ ਕਹਿੰਦੇ ਹੀ ਨਹੀਂ ਪੰਥ ਨੂੰ ਖਤਰਾ ਹੈ। ਪੰਥ ਤਾਂ ਰਹਿਣ ਹੀ ਨਹੀਂ ਦਿੱਤਾ ਇਹਨਾਂ ਨੇ। ਜਦੋਂ ਪੰਜਾਬੀ ਪਾਰਟੀ ਬਣ ਗਿਆ ਅਕਾਲੀ ਦਲ 96 ਦੇ ਵਿੱਚ, ਫਿਰ ਪੰਥ ਵਾਲੀ ਗੱਲ ਤਾਂ ਖਤਮ ਹੋ ਗਈ। ਔਰ ਨਾਲ ਇਹਨਾਂ ਨੇ ਜਦੋਂ ਇਹ ਫੈਸਲਾ ਕਰ ਲਿਆ ਕਿ ਸਾਨੂੰ ਸਿੱਖਾਂ ਦੀ ਵੋਟਾਂ ਦੀ ਲੋੜ ਨਹੀਂ ਬਹੁਤੀ, ਆਪਣਾ ਕੰਬੀਨੇਸ਼ਨ ਇਵਾਲਵ ਕਰਨ ਦੀ ਕੋਸ਼ਿਸ਼ ਕੀਤੀ, ਨੈਰੇਟਿਵ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਸੋ ਸਾਰਾ ਕੁਝ ਹੀ ਬਦਲ ਗਿਆ ਉਹਦੇ 'ਚ। ਸੋ ਇੱਥੇ ਸਮੱਸਿਆ ਇਹ ਆ ਹੁਣ ਇੱਕਦਮ ਜੇ ਸੋਚਣ ਕਿ ਅਸੀਂ ਪੰਥ 'ਤੇ ਵਾਪਸ ਚਲੇ ਜਾਈਏ ਇਹੋ ਜਿਹੇ ਇਸ਼ੂ ਟੇਕਅਪ ਕਰਕੇ, ਮੇਰੇ ਖਿਆਲ 'ਚ ਸਿੱਖ ਇੰਨੀ ਜਲਦੀ ਇਤਬਾਰ ਕਰ ਲੈਣਗੇ ਮੈਂ ਕਹਿ ਨਹੀਂ ਸਕਦਾ। ਇਹ ਜਾਣਨਾ ਚਾਹਾਂਗੇ ਕਿਉਂਕਿ ਪੰਜਾਬ ਦੀ ਜੇਕਰ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ ਇਹ ਜੋ ਫਰਮਾਨ ਜਾਰੀ ਹੋਇਆ ਹੈਗਾ, ਇਹਨਾਂ ਦੇ ਵੱਲੋਂ ਜਾਰੀ ਕਰਵਾਇਆ ਗਿਆ ਹੈਗਾ, ਤਾਂ ਕੀ ਸਿਰਫ ਸਿੱਖ ਵੋਟਰਸ ਨੂੰ ਹੀ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ? ਕਿਉਂਕਿ ਹਿੰਦੂ ਵੋਟਰਸ ਦਾ ਵੀ ਇੱਕ ਵੱਡਾ ਰੋਲ ਹੈਗਾ ਪੰਜਾਬ ਪੋਲੀਟਿਕਸ ਦੇ ਵਿੱਚ। ਜੇ 2022 ਦੀਆਂ ਚੋਣਾਂ ਦੀ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ ਜਿਵੇਂ ਇਹਨਾਂ ਦੇ ਵੱਲੋਂ ਨਿੰਦਾ ਪ੍ਰਸਤਾਵ RSS ਦੇ ਖਿਲਾਫ ਕੀਤਾ ਗਿਆ ਹੈਗਾ, ਤਾਂ ਲੱਗਦਾ ਕਿ ਹਿੰਦੂ ਵੋਟਰ ਦੇ ਉੱਤੇ ਵੀ ਇਫੈਕਟ ਪੈ ਸਕਦਾ ਹੈ? ਦੇਖੋ, ਪੰਜਾਬ ਦੇ ਵਿੱਚ ਜਿਹੜਾ ਹਿੰਦੂ ਵੋਟਰ ਹੈ ਨਾ, ਉਹ ਇਸ ਢੰਗ ਨਾਲ ਬਿਹੇਵ ਨਹੀਂ ਕਰਦਾ। ਨੰਬਰ 2, RSS ਦੀ ਉਸ ਸੈਕਟਰ ਦੇ ਵਿੱਚ ਕੋਈ ਬਹੁਤੀ ਰੋਲ ਨਹੀਂ ਹੁੰਦਾ, ਕਿਉਂਕਿ BJP ਨੂੰ ਵੋਟਾਂ ਨਹੀਂ ਪੈਂਦੀਆਂ ਬਹੁਤੀਆਂ। ਜਿਹੜੀ ਪੰਜਾਬ ਦੇ ਵਿੱਚ ਹਿੰਦੂ ਵਾਇਸ ਸੀ, ਉਹ ਸਾਲਾਬੱਦੀ ਸ਼ੁਰੂ ਤੋਂ ਹੋਈ ਕਾਂਗਰਸ ਸੀ। RSS ਦਾ ਇੱਕ ਸੈਕਸ਼ਨ ਦੇ ਵਿੱਚ ਇਨਫਲੂਐਂਸ ਹੈ, ਸੋ ਉਹ ਉੱਥੇ ਬਹੁਤਾ ਫਰਕ ਨਹੀਂ ਪੈਂਦਾ। ਉਹ ਵੋਟ ਹੋਰ ਢੰਗ ਨਾਲ ਪੈਂਦੀ ਹੈ। ਬਾਦਲ ਸਾਹਿਬ ਨੇ ਉਹੀ ਵੋਟ ਲੈਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਸਾਰਾ ਨੈਰੇਟਿਵ ਚੇਂਜ ਕੀਤਾ ਵੀ ਪੰਥਕ ਵੋਟ, ਦਲਿਤ ਅਤੇ ਹਿੰਦੂ ਵੋਟ ਇਕੱਠੇ ਕਰ ਲਓ। ਪੰਜਾਬ ਦੀ ਸਿਫਤ ਇਹ ਹੈ ਕਿ ਜਿਹੜੀ ਇਲੈਕਸ਼ਨ ਹੈ ਉਹ ਇਸ ਗੱਲ 'ਤੇ ਡਿਪੈਂਡ ਕਰਦੀ ਹੈ
ਕਿ ਪੰਜਾਬ ਦਾ ਹਿੰਦੂ ਕਿਸ ਪਾਸੇ ਪਏਗਾ। ਇਹ ਲਗਾਤਾਰ ਹੁੰਦਾ ਰਿਹਾ ਕਿ ਸਿੱਖ ਵੋਟ ਆਲਮੋਸਟ ਇਕੱਠੀ ਸੀ। ਜਦੋਂ ਇਕੱਠੀ ਕਹੀਦਾ ਮੈਂ 60% ਲੈਣਾ, 60-40 ਇਹ ਹਿੰਦੂ ਵੋਟ ਹੈ, ਇੱਧਰ ਉੱਧਰ ਪੈ ਜਾਂਦੀ ਹੈ। ਲੇਕਿਨ ਹਿੰਦੂ ਵੋਟ ਪੈਂਦੀ ਰਹੀ ਹੈ ਕਾਂਗਰਸ ਨੂੰ ਮੇਨਲੀ। ਸੋ ਇਸ ਕਰਕੇ ਉੱਥੇ ਬਹੁਤਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਕਿ ਇਹਨਾਂ ਨੇ RSS ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਜਾਂ ਨਹੀਂ ਕੀਤਾ। ਉਹ ਜਿਹੜੀ ਹਿੰਦੂ ਵੋਟ ਜਿਸ ਢੰਗ ਨਾਲ ਪੈਣੀ ਹੈ ਉਹਦਾ ਪੈਟਰਨ ਆਲਮੋਸਟ ਉਹੀ ਰਹੇਗਾ। ਦੂਸਰੇ ਗੱਲ ਦੀ ਜੇਕਰ ਆਪਾਂ ਜ਼ਿਕਰ ਕਰੀਏ, ਜਿਹੜਾ ਬਹਿਬਲ ਕਲਾਂ ਤੇ ਬਰਗਾੜੀ ਵਾਸਤੇ ਇਹਨਾਂ ਦੇ ਵੱਲੋਂ ਪ੍ਰਸਤਾਵ ਲੈ ਕੇ ਆਉਂਦਾ ਗਿਆ, ਹਾਲਾਂਕਿ ਏਜੰਡੇ ਦੇ ਵਿੱਚ ਕਹਿੰਦੇ ਨਹੀਂ ਸੀਗਾ, ਜਦੋਂ ਮੰਗ ਹੋਈ ਤਾਂ ਉਦੋਂ ਇਸ ਨੂੰ ਜਿਹੜਾ ਹੈਗਾ ਚਰਚਾ ਕੀਤੀ ਗਈ, ਇਸ ਨੂੰ ਵਿਚਾਰਿਆ ਗਿਆ। 6 ਸਾਲਾਂ ਦੇ ਬਾਅਦ ਇਸ ਤਰੀਕੇ ਨਾਲ ਚਰਚਾ ਹੋਣੀ, ਤਾਂ ਕੀ ਇਹ ਵੀ ਇਸ ਤਰੀਕੇ ਦੀ ਸਹਿਮਤੀ ਜਿਹੜੀ ਹੈਗੀ ਗੇਨ ਕਰਨ ਦੀ ਕੋਸ਼ਿਸ਼ ਹੈਗੀ? ਮੇਰੇ ਖਿਆਲ ਦੇ ਵਿੱਚ ਇਹਦੀ ਕੋਈ ਬਹੁਤੀ ਅਹਿਮੀਅਤ ਹੈ ਨਹੀਂ, ਕਿਉਂਕਿ ਇਹ ਏਜੰਡੇ ਦਾ ਪਾਰਟ ਹੈ ਨਹੀਂ ਸੀ। ਅਤੇ ਸੁਖਦੇਵ ਸਿੰਘ ਭੌਰ ਜਿਹੜੇ ਕਿਸੇ ਵੇਲੇ ਪਹਿਲਾਂ ਜਨਰਲ ਸੈਕਟਰੀ ਹੁੰਦੇ ਸੀ, ਉਹ ਇਸ ਮਤੇ ਨੂੰ ਉਹਨਾਂ ਨੇ ਇਸ਼ੂ ਰੇਸ ਕੀਤਾ ਸੀ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਵੀ ਚਲੋ ਇਹ ਵੀ ਪਾਸ ਕਰ ਲਓ। ਲੇਕਿਨ BJP ਆਪਣੇ SGPC ਦਾ ਆਪਣਾ ਰੋਲ ਇਸ ਇਸ਼ੂ 'ਤੇ ਬਹੁਤ ਹੀ ਨੈਗੇਟਿਵ ਰਿਹਾ। ਜਿਹੜਾ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਈ ਗਈ ਸੀ ਡੇਰਾ ਚੀਫ ਨੂੰ, ਉਹਨੂੰ ਡਿਫੈਂਡ SGPC ਨੇ ਕੀਤਾ ਅਤੇ 95 ਲੱਖ ਦੇ ਇਸ਼ਤਿਹਾਰ ਇਸ਼ੂ ਕੀਤੇ। ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਉਸ ਤੋਂ ਬਾਅਦ ਉਹ ਜਿਹੜਾ ਮਾਫੀਨਾਮਾ ਸੀ ਉਹ ਵਾਪਸ ਲਿਆ ਗਿਆ। ਸੋ ਗੁਨਾਹ ਤਾਂ SGPC ਨੇ ਵੀ ਕੀਤੇ ਹੈ। ਇਹ ਸਿਰਫ ਹੁਣ ਨਿੰਦਿਆ ਕਰਕੇ ਬਰਗਾੜੀ ਦੇ ਇਸ਼ੂ ਦੀ ਕਹਿਣ ਕਿ ਅਸੀਂ ਬਚਾਂਗੇ, ਇਸ ਤਰ੍ਹਾਂ ਤਾਂ ਮੇਰੇ ਖਿਆਲ ਦੇ ਬਚਾਅ ਨਹੀਂ ਹੁੰਦਾ। ਇਹ ਆਪਣੀ ਨਿੰਦਾ ਵੀ ਕਰਦੇ ਨਾਲ ਮੇਰੇ ਖਿਆਲ ਦੇ ਵਿੱਚ, ਜੇ ਕਹਿੰਦੇ ਵੀ ਅਸੀਂ ਜੋ ਪਹਿਲਾਂ ਕੀਤਾ ਉਹ ਅਸੀਂ ਗਲਤੀ ਕੀਤੀ ਸੀ। ਉਹ ਤਾਂ ਸ਼ਾਇਦ ਭੁੱਲਾਂ ਬਖਸ਼ਾਉਣ ਵਾਸਤੇ ਆ ਕੇ ਸੇਵਾ ਵੀ 3 ਦਿਨ ਕੀਤੀ ਸੀ ਇਹਨਾਂ ਦੇ ਵੱਲੋਂ। ਜੁੱਤੇ ਤੱਕ ਜਿਹੜੇ ਸੀਗੇ ਜਾ ਕੇ ਸਾਫ਼ ਕੀਤੇ ਗਏ ਸੀ, ਪੋਲਿਸ਼ ਕੀਤੇ ਗਏ ਸੀ, ਲੰਗਰ ਹਾਲ ਦੇ ਵਿੱਚ ਜਾ ਕੇ ਭਾਂਡੇ ਮਾਂਜੇ ਗਏ ਸੀ। ਕਹਿੰਦੇ ਉਦੋਂ ਹੀ ਭੁੱਲਾਂ ਬਖਸ਼ਾਤੀਆਂ ਸੀਗੀਆਂ। ਭੁੱਲ ਕਿਹੜੀ ਗੱਲ ਦੀ ਬਖਸ਼ਾਈ ਸੀ? ਔਰ ਇਹ ਤਾਂ ਕਲੀਅਰ ਕੀਤਾ ਹੀ ਨਹੀਂ। ਜਦੋਂ ਭੁੱਲਾਂ ਬਖਸ਼ਾਉਣ ਜਾਣਾ ਸੀ ਉਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਅਖੀਰਲੇ ਦਿਨ ਬਾਦਲ ਸਾਹਿਬ ਦੱਸਣਗੇ ਵੀ ਭੁੱਲ ਕਿਉਂ ਬਖਸ਼ਾਈ ਗਈ ਹੈ। ਜੇ ਉਸ ਵੇਲੇ ਦਾ ਤੁਸੀਂ ਪ੍ਰੈਸ ਕਾਨਫਰੰਸ ਚੱਕ ਕੇ ਦੇਖੋ, ਉੱਥੇ ਕਿਹਾ ਗਿਆ ਸੀ। ਅਤੇ ਅਖੀਰਲੇ ਦਿਨ ਜਦੋਂ ਹੋਈ ਗੱਲ ਤਾਂ ਬਾਦਲ ਸਾਹਿਬ ਕਹਿੰਦੇ ਵੀ ਸਿੱਖ ਤਾਂ ਰੋਜ਼ ਹੀ ਮਾਫੀ ਮੰਗਦੇ ਆ, ਭੁੱਲਾਂ ਬਖਸ਼ਾਉਂਦੇ ਆ। ਲਫ਼ਜ਼ ਇਹ ਸੀਗਾ। ਜੇ ਰੋਜ਼ ਹੀ ਭੁੱਲਾਂ ਬਖਸ਼ਾਉਂਦੇ ਹੈ ਫਿਰ ਬਰਗਾੜੀ ਵਾਲੀ ਦੀ ਮਾਫੀ ਤਾਂ ਮੰਗੀ ਨਹੀਂ। ਜਦ ਤੱਕ ਸਪੈਸੀਫਿਕਲੀ ਉਸ ਇਸ਼ੂ ਦੀ, ਉਸ ਗੁਨਾਹ ਦੀ ਮਾਫੀ ਨਹੀਂ ਮੰਗੀ ਜਾਂਦੀ ਅਤੇ ਇਹ ਇਸ਼ੂ ਉਸ ਤਰ੍ਹਾਂ ਹੀ ਖੜ੍ਹਾ ਰਹੇਗਾ ਪੰਥਕ ਡੋਮੇਨ ਦੇ ਵਿੱਚ। ਗੱਲ ਸਿਰਫ ਬਰਗਾੜੀ 2015 ਦੀ ਨਹੀਂ, 2018 ਦੇ ਵਿੱਚ ਵੀ ਜਿਹੜਾ ਸਟੈਂਡ ਅਕਾਲੀ ਦਲ ਨੇ ਲਿਆ ਸੀ, ਜਦੋਂ ਧਿਆਨ ਸਿੰਘ ਮੰਡ ਹੋਰਾਂ ਨੇ ਮੋਰਚਾ ਸ਼ੁਰੂ ਕੀਤਾ ਇਨਸਾਫ ਲੈਣ ਵਾਸਤੇ, ਇਹਨਾਂ ਨੇ ਵਰਚੁਅਲੀ ਅਪੋਜ਼ ਕੀਤਾ, ਉਹਨੂੰ ਕੰਡੈਮ ਕੀਤਾ। ਸੋ ਕਿੰਨੇ ਗੁਨਾਹਾਂ ਦੀ ਮਾਫੀ ਮੰਗਣਗੇ? ਸੋ ਪਹਿਲਾਂ ਸਾਰੇ ਗੁਨਾਹਾਂ ਦੀ ਮਾਫੀ ਮੰਗ ਲੈਣ, ਫਿਰ ਇਹ ਗੱਲ ਅੱਗੇ ਤੁਰਦੀ ਹੈ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਇਹ ਵੀ ਗੱਲ ਕਹੀ, ਕਹਿੰਦੇ ਕਿ ਜਿਹੜੇ ਪੁਲਿਸ ਆਫੀਸ਼ੀਅਲਸ ਨੇ ਫਾਇਰਿੰਗ ਕੀਤੀ ਹੈ, ਕਹਿੰਦੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਜਿਹੜੇ ਵਿਅਕਤੀ ਇਨਵੋਲਵ ਸੀਗੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੁੰਦਾ। ਨਾਲ ਕਿਹਾ ਜਾਂਦਾ ਕਿ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਇਸ ਦੇ ਵਿੱਚ ਵਿਕਟਮ ਨੇ, ਉਹਨਾਂ ਦੀ ਵੀ ਸਹਾਇਤਾ ਕਰਨੀ ਚਾਹੀਦੀ ਹੈਗੀ ਆ, ਉਹਨਾਂ ਦੀ ਵੀ ਮਾਲੀਆ ਸਹਾਇਤਾ ਜਿਹੜੀ ਹੈਗੀ ਆ ਉਹ ਕੀਤੀ ਜਾਊ। ਦੇਖੋ, ਜਿਹੜੇ ਐਕਸ਼ਨ ਤਾਂ ਹੋਇਆ ਕਰਦਾ, ਜਿਹੜੇ ਸਪੌਟ 'ਤੇ ਅਫਸਰ ਹੁੰਦੇ ਆ ਜਾਂ ਜਿਹੜੇ ਜਿੱਥੋਂ ਉਹਨਾਂ ਨੂੰ ਹੁਕਮ ਇਸ਼ੂ ਹੋਇਆ ਹੁੰਦਾ, ਕਦੇ ਵੀ ਕਿਸੇ CM 'ਤੇ ਕੋਈ ਐਕਸ਼ਨ ਕਦੇ ਨਹੀਂ ਹੋਇਆ ਇਹੋ ਜਿਹੀ ਗੱਲ ਦਾ। ਰਿਕਾਰਡ 'ਤੇ ਤਾਂ ਸਾਰਾ ਆਫੀਸ਼ੀਅਲ ਲੈਵਲ 'ਤੇ ਸਾਰਾ ਕੁਛ ਹੁੰਦਾ ਹੈ। ਸੋ ਉਹਨਾਂ 'ਤੇ ਆਲਰੇਡੀ ਚਲਾਨ ਪੇਸ਼ ਹੋ ਚੁੱਕੀ ਹੈ ਸਾਰੀ ਗੱਲ 'ਤੇ ਆ ਕੇ। ਅਤੇ ਅਲਟੀਮੇਟਲੀ ਵੀ ਇਹ ਕਿੱਥੋਂ ਸਾਰਾ ਹੁਕਮ ਹੋਏ, ਕਿਉਂ ਇਹ ਐਕਸ਼ਨ ਲੈਣਾ ਪਿਆ ਅਫਸਰਾਂ ਨੂੰ? ਅਫਸਰਾਂ ਨੂੰ ਕਿਸੇ ਨੇ ਕਿਹਾ ਹੈ ਨਾ ਕਿ ਤੁਸੀਂ ਇਹਨਾਂ ਨੂੰ ਉਠਾਓ ਇੱਥੋਂ ਸੜਕਾਂ ਤੋਂ। ਕਿਹਨੇ ਕਿਹਾ? ਇਹ ਤਾਂ ਗੱਲ ਹੁਣ ਤੱਕ ਕਲੀਅਰ ਨਹੀਂ ਹੈ। ਬਾਦਲ ਸਾਹਿਬ CM ਹੈ, ਉਹਨਾਂ ਦਾ ਬੇਟਾ ਡਿਪਟੀ CM ਹੈ, ਨਾਲ ਹੋਮ ਮਿਨਿਸਟਰ ਹੈ। ਪਿੰਨ ਪੁਆਇੰਟ ਤਾਂ ਹੋਵੇ ਨਾ ਗੱਲ ਵੀ ਸਾਰੀ ਗੱਲ ਕਿੱਥੋਂ ਹੋਈ ਹੈ। ਜਦ ਕਿ ਉਸ ਤੋਂ ਕੁਛ ਦਿਨ ਪਹਿਲਾਂ ਜਦੋਂ ਡੇਰਾ ਸੱਚਾ ਸੌਦਾ ਦੇ ਫਾਲੋਅਰ, ਉਹਨਾਂ ਨੇ ਸੜਕਾਂ ਰੋਕੀਆਂ, ਰੇਲਵੇ ਟਰੈਕ ਰੋਕੇ, ਉਹਨਾਂ 'ਤੇ ਕੋਈ ਐਕਸ਼ਨ ਨਹੀਂ ਹੁੰਦਾ। ਇਹ ਬੰਦੇ ਜਨਾਨੀਆਂ ਕੋਟਕਪੂਰੇ ਬੈਠੇ, ਬਹਿਬਲ ਕਲਾਂ ਬੈਠੇ, ਆਰਾਮ ਨਾਲ ਬੈਠੇ ਹੈ, ਪਾਠ ਕਰ ਰਹੇ ਆ, ਇਹਨਾਂ 'ਤੇ ਐਕਸ਼ਨ ਹੋ ਗਿਆ। ਕਿਤੇ ਤਾਂ ਗੜਬੜ ਸਾਰੀ ਹੋਈ ਹੈ ਨਾ। ਸੋ ਉਹ ਸਾਰਾ ਦੇਖਣਾ ਪਏਗਾ ਸਾਰੀ ਗੱਲ 'ਚ ਆ ਕੇ।
ਕੀ ਲੱਗਦਾ ਹੈ ਕਿ ਹੁਣ ਇਹ ਅਸਰ ਕਿੰਨਾ ਕੁ 2022 ਦੇ ਉੱਤੇ ਆਖਿਰ ਦੇ ਵਿੱਚ ਮੈਂ ਪੁੱਛਣਾ ਚਾਹੂੰਗਾ ਕਿ ਪਾ ਪਾਉਣਗੇ, ਕਿਉਂਕਿ ਜਿੱਥੇ ਪਹਿਲਾਂ 2017 ਦੇ ਵਿੱਚ ਇਹ ਬੈਬਲ ਕਲਾਂ ਤੇ ਬਰਗਾੜੀ ਵਾਲੇ ਇਸ਼ੂ ਨੇ ਅਕਾਲੀ ਦਲ ਨੂੰ ਬਹੁਤ ਨੀਚੇ ਲੈ ਕੇ ਆਉਂਦਾ ਇੱਕ ਡਾਊਨਫਾਲ ਆਇਆ, ਤੇ ਹੁਣ ਨਾਲ ਕਿਸਾਨੀ ਮੁੱਦਾ ਵੀ ਜੁੜ ਚੁੱਕਿਆ ਹੈਗਾ, ਉਸ ਦਾ ਵੀ ਜਿਹੜਾ ਹੈਗਾ ਇਹਨਾਂ ਨੂੰ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਭਾਜਪਾ ਦੇ ਨਾਲ ਹਾਲਾਂਕਿ ਰਿਸ਼ਤਾ ਤੋੜ ਦਿੱਤਾ ਹੈਗਾ, ਪਰ ਕੀ ਲੱਗਦਾ ਕਿ ਤੁਹਾਨੂੰ ਹੁਣ ਹੋਰ ਕੀ ਕੁਝ ਜਿਹੜੇ ਹੈਗੇ ਇਹਨਾਂ ਦੇ ਵੱਲੋਂ ਇਹੋ ਜਿਹੇ ਹਥਕੰਡੇ ਅਪਣਾਏ ਜਾਣਗੇ ਤਾਂ ਕਿ ਇਹ ਰਿਵਾਈਵ ਕਰ ਸਕਣ? ਦੇਖੋ, ਗੱਲ ਇਹ ਹੈ ਕਿ ਲੋਕਾਂ ਨੇ ਇੱਕ ਵਾਰੀ ਸਜ਼ਾ ਦੇਤੀ, ਇੱਕ ਗਲਤੀ ਦੀ ਸਜ਼ਾ ਮੇਰੇ ਖਿਆਲ ਵਾਰ-ਵਾਰ ਨਹੀਂ ਦਿੱਤੀ ਜਾਂਦੀ ਹੁੰਦੀ। ਕਾਂਗਰਸ ਨੇ ਬਲੂ ਸਟਾਰ ਕੀਤਾ ਸੀਗਾ, ਲੋਕਾਂ ਨੇ 2002 ਵਿੱਚ ਵੋਟਾਂ ਪਾਤੀਆਂ। ਜੇ ਆਪਾਂ 1985 ਦੀ ਅਸੈਂਬਲੀ ਇਲੈਕਸ਼ਨ ਵੀ ਦੇਖੀਏ, ਜਦੋਂ ਬਰਨਾਲਾ ਸਰਕਾਰ ਬਣੀ ਸੀ, ਉਹਦੇ 'ਚ 32 ਸੀਟਾਂ ਕਾਂਗਰਸ ਨੇ ਜਿੱਤੀਆਂ ਸੀ। ਇਹਦਾ ਮਤਲਬ ਸਿੱਖਾਂ ਨੇ ਵੀ ਵੋਟਾਂ ਪਾਈਆਂ ਸੀਗੀਆਂ। ਸੋ ਹੌਲੀ ਹੌਲੀ ਜਿਹੜਾ ਅਸਰ ਹੁੰਦਾ ਨਾ ਕਿਸੇ ਦੁਖਾਂਤ ਦਾ, ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਇਲੈਕਸ਼ਨ 'ਤੇ ਇਹਦਾ ਸ਼ਾਇਦ ਉਹਨਾਂ ਅਸਰ ਨਾ ਪਵੇ ਜਿੰਨਾ 2017 ਦੇ ਵਿੱਚ ਸੀ। ਇਸ ਇਲੈਕਸ਼ਨ ਦੇ ਵਿੱਚ ਮਲਟੀਪਲ ਇਸ਼ੂਜ਼ ਹੋ ਰਹੇ ਜਿਨ੍ਹਾਂ 'ਤੇ ਜਿਨ੍ਹਾਂ 'ਤੇ ਵੋਟਾਂ ਪੈਣੀਆਂ। ਸੋ ਉਹਨਾਂ 'ਚੋਂ ਇੱਕ ਇਸ਼ੂ ਹੋਏਗਾ। 17 ਦੇ ਵਿੱਚ ਇਹ ਮੇਨ ਇਸ਼ੂ ਸੀ, ਹੁਣ ਮੇਰੇ ਖਿਆਲ 'ਚ ਮੇਨ ਨਹੀਂ ਹੋਏਗਾ। ਹੁਣ ਤੁਹਾਨੂੰ ਲੱਗਦਾ ਹੈ ਕਿ ਇਹ ਮੇਨ ਨਹੀਂ ਰਹੇਗਾ, ਇਹ ਦੂਸਰੇ ਨੰਬਰ ਦੇ ਉੱਤੇ ਆ ਸਕਦਾ ਹੈਗਾ, ਔਰ ਪਹਿਲੇ ਦੇ ਉੱਤੇ ਕਿ ਕਿਸਾਨੀ ਮੁੱਦੇ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੂੰ ਭੰਡਿਆ ਜਾ ਸਕਦਾ ਹੈਗਾ? ਨਹੀਂ, ਬਿਲਕੁਲ ਠੀਕ ਹੈ, ਲੇਕਿਨ ਇਹ ਜਿਹੜੀ ਇਲੈਕਸ਼ਨ ਲੜੀ ਜਾਂਦੀ ਹੈ, ਉਹਦੇ 'ਚ ਜਿਹੜੀ ਸਰਕਾਰ ਹੁੰਦੀ ਹੈ ਉਹਦੀ ਕਾਰਗੁਜ਼ਾਰੀ ਵੀ ਆਉਂਦੀ ਹੈ। ਅੱਜ ਦੀ ਤਰੀਕ ਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ। ਇਹ ਹੈ ਵੀ ਕਾਂਗਰਸ ਸੱਤਾ ਦੇ ਵਿੱਚ ਹੈ, ਅਕਾਲੀ ਦਲ ਬਾਹਰ ਹੈ। ਅਕਾਲੀ ਦਲ ਆਪਣੀ ਗਲਤੀਆਂ ਭੁਗਤ ਰਿਹਾ। ਕਿਸਾਨੀ ਦੇ ਮਸਲੇ 'ਤੇ ਵੀ ਅਕਾਲੀ ਦਲ ਨੇ ਗਲਤੀ ਕੀਤੀ। ਜਦੋਂ ਆਰਡੀਨੈਂਸ ਇਸ਼ੂ ਹੋਏ ਸੀ, ਜੇ ਉਦੋਂ ਹੀ ਇਹ ਸਰਕਾਰ 'ਚੋਂ ਬਾਹਰ ਆ ਜਾਂਦੇ, ਚਲ ਮੈਂ ਕਹਿੰਦਾ ਜੇ ਬਾਹਰ ਵੀ ਨਹੀਂ ਸੀ ਆਉਂਦੇ, ਇਹ ਚੁੱਪ ਕਰ ਜਾਂਦੇ। ਇਹਨਾਂ ਦਾ ਡਿਫੈਂਡ ਕਰਨਾ ਸ਼ੁਰੂ ਕਰਤਾ। ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਵੀਡੀਓ ਘੁੰਮ ਰਹੀ ਹੈ ਕਿ ਕਿਸਾਨ ਥੋੜ੍ਹੀ ਹੈ ਤਾਂ ਨਕਸਲੀ ਹੈ। ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਇਹ ਤਿੰਨੇ ਆਰਡੀਨੈਂਸ ਉਦੋਂ ਡਿਫੈਂਡ ਕੀਤੇ। ਨੈਕਸਟ ਡੇ ਸਰਦਾਰ ਸੁਖਬੀਰ ਸਿੰਘ ਬਾਦਲ। ਉਸ ਤੋਂ ਬਾਅਦ ਜਦੋਂ ਲੋਕਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ, ਇਹ ਨਾਲ ਇਹ ਕਹਿੰਦੇ ਨੇ ਵੀ ਕਿਸਾਨ ਗੁੰਮਰਾਹ ਹੋਏ ਹੋਏ ਆ। ਅਲਟੀਮੇਟਲੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਆਏ, ਉਹਨਾਂ ਦੀ ਵੀਡੀਓ ਤੁਰੀ ਫਿਰਦੀ ਹੈ। ਸੋ ਇਹਨਾਂ ਦਾ ਆਪਣਾ ਇਤਿਹਾਸ ਇਹ ਹੈ। ਠੀਕ ਹੈ, ਇਹਨਾਂ ਨੇ ਆਪਣੇ ਆਪ ਨੂੰ ਰੀਪੋਜੀਸ਼ਨ ਕਰ ਲਿਆ। ਬਾਅਦ ਦੇ ਵਿੱਚ ਜਦੋਂ ਪ੍ਰੈਸ਼ਰ ਵਧਿਆ, ਇਹ ਸਰਕਾਰ ਛੱਡ ਕੇ ਬਾਹਰ ਆ ਗਏ। ਡੈਮੇਜ ਉਹ ਹੋ ਚੁੱਕਿਆ ਸੀ, ਅਤੇ ਇਸੇ ਕਰਕੇ ਕਿਸਾਨੀ ਦੇ ਸਟੇਜ ਤੋਂ, ਸਿੰਘੂ ਬਾਰਡਰ ਤੋਂ ਇਹ ਇਸ਼ੂ ਕਦੇ ਕਦੇ ਉੱਠ ਪੈਂਦਾ ਕਿ ਇਹਨਾਂ ਦਾ ਰੋਲ ਪਹਿਲਾਂ ਕੀ ਸੀ। ਜਗਤਾਰ ਜੀ, ਕੀ ਲੱਗਦਾ ਹੈ ਕਿ ਜਿਵੇਂ ਹੁਣ ਬੀਬੀ ਜਗੀਰ ਕੌਰ ਦੇ ਵੱਲੋਂ ਇਹੋ ਜਿਹੇ ਫੈਸਲੇ ਲਿੱਤੇ ਜਾ ਰਹੇ ਹਨ, ਕਿ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਦੀ ਅਸੀਂ ਗੱਲ ਕਰੀਏ ਤਾਂ ਉਹ ਕਦੀ ਐਵੇਂ ਦੇ ਫੈਸਲੇ ਅਸੀਂ ਲੈਂਦੇ ਨਹੀਂ ਵੇਖਿਆ ਹੈਗਾ, ਜਾਂ ਜਿਵੇਂ ਦਾ ਹੁਣ ਬੀਬੀ ਜਗੀਰ ਕੌਰ ਦੇ ਵੱਲੋਂ ਬਿਆਨ ਦੇ ਦਿੱਤੇ ਜਾਂਦੇ ਨੇ, ਬੋਲ ਦਿੱਤਾ ਜਾਂਦਾ ਹੈਗਾ, ਤਾਂ ਕੀ ਲੱਗਦਾ ਕਿ ਬੀਬੀ ਜਗੀਰ ਕੌਰ ਆਪਣੇ ਤੌਰ ਦੇ ਉੱਤੇ ਵੀ ਕੁਝ ਫੈਸਲੇ ਜਿਹੜੇ ਹੈਗੇ ਨੇ ਉਹ ਲੈ ਰਹੇ ਨੇ ਬਤੌਰ SGPC ਪ੍ਰਧਾਨ? ਦੇਖੋ, ਮੈਂ ਪਰਸਨਲੀ ਕਿਸੇ ਬਾਰੇ ਕਦੇ ਕੋਈ ਗੱਲ ਨਾਰਮਲੀ ਕਰਿਆ ਨਹੀਂ ਕਰਦਾ, ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਮੈਂ ਬੀਬੀ ਜਗੀਰ ਕੌਰ ਦੀ ਫੰਕਸ਼ਨਿੰਗ ਜਦੋਂ ਇਹ ਪਹਿਲੀ ਵਾਰੀ ਪ੍ਰਧਾਨ ਬਣੇ ਸੀਗੇ, ਮੈਂ ਉਦੋਂ ਵੀ ਦੇਖੀ ਸੀਗੀ। ਮੇਰੇ ਖਿਆਲ 'ਚ ਕਾਫੀ ਧੜੱਲੇ ਵਾਲੇ ਲੀਡਰ ਸੀ। ਜੇ ਇਹਨਾਂ ਦੇ ਪਰਸਨਲ ਟਰੈਜਡੀ ਨਾ ਹੋਈ ਹੁੰਦੀ ਤੇ ਇਹਨਾਂ ਨੇ ਮੇਰੇ ਖਿਆਲ 'ਚ ਹੋਰ ਢੰਗ ਨਾਲ ਪ੍ਰਧਾਨਗੀ ਕਰਨੀ ਸੀ। ਹੁਣ ਮੈਨੂੰ ਲੱਗ ਰਿਹਾ ਕਿ ਆਪਣਾ ਉਹੀ ਜ਼ੋਰ ਸ਼ੋਰ ਨਾਲ ਆਪਣੇ ਆਪ ਨੂੰ ਉਹ ਅਸਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੰਗੀ ਗੱਲ ਹੈ। ਇਹਨਾਂ ਦੇ ਪਹਿਲੇ ਪ੍ਰਧਾਨ ਦੇ ਵਿੱਚ ਇਹ ਗੱਲ ਹੈ ਨਹੀਂ ਸੀ। SGPC ਚੋਣਾਂ ਵੀ ਕਿਹਾ ਜਾ ਰਿਹਾ ਕਿ ਹੋ ਸਕਦੀਆਂ ਨੇ, ਤਾਂ ਉਸ ਦੇ ਸੰਦਰਭ ਦੇ ਵਿੱਚ ਵੀ ਇਹ ਬਿਆਨਬਾਜ਼ੀਆਂ ਹੋ ਸਕਦੀਆਂ ਨੇ? ਹਾਲੇ ਚੋਣਾਂ ਦਾ ਕੋਈ ਨਜ਼ਰ ਆ ਨਹੀਂ ਰਿਹਾ। ਸੋ ਉਹ ਹਾਲੇ ਬਹੁਤ ਦੂਰ ਹੈ। ਉਸ ਤੋਂ ਪਹਿਲਾਂ ਅਸੈਂਬਲੀ ਇਲੈਕਸ਼ਨ ਆ ਰਹੀ ਹੈ, ਅਤੇ ਮੇਰੇ ਖਿਆਲ 'ਚ ਹਜੇ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ SGPC ਚੋਣ ਨਹੀਂ ਹੋਏਗੀ। ਸੋ ਇਸ ਕਰਕੇ ਮੈਂ ਉਹਦਾ ਬਹੁਤਾ ਕੰਟੈਕਸਟ ਨਹੀਂ ਮੰਨਦਾ। ਹਾਂ, ਇਹ ਅਕਾਲੀ ਦਲ ਨੂੰ ਰਿਵਾਈਵ ਕਰਨ ਦੀ ਇੱਕ ਕੋਸ਼ਿਸ਼ ਹੈ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਤਾਂ ਜਗਤਾਰ ਸਿੰਘ ਸੀਨੀਅਰ ਪੱਤਰਕਾਰ ਨੇ, ਗੱਲਬਾਤ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਇਹ ਰੈਜ਼ੋਲੂਸ਼ਨ ਲੈ ਕੇ ਆਉਂਦੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਇਸ ਦਾ 2022 ਦੀਆਂ ਚੋਣਾਂ ਨੂੰ ਲੈ ਕੇ ਕੀ ਮੇਲ ਜੋਲ ਹੈ, ਤਾਂ ਉਸ ਦੇ ਉੱਤੇ ਗੱਲ ਕਹੀ ਗਈ ਹੈ ਕਿ ਹੋ ਸਕਦਾ ਹੈ ਕਿ ਇਸ ਨੂੰ ਰਿਵਾਈਵ ਕਰਨ ਦੇ ਲਈ, ਅਕਾਲੀ ਦਲ ਨੂੰ ਰਿਵਾਈਵ ਕਰਨ ਦੇ ਲਈ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਬਾਦਲ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।